ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ, ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 21 ਸਤੰਬਰ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਮਾਦਾ, ਸੁਨਹਿਰੀ ਮਤਨ, ਯਸਾਇਆ। ਹਰ ਇੱਕ ਨਸ਼ੇਬ ਉੱਚਾ ਕੀਤਾ ਜਾਵੇਗਾ ਤੇ ਹਰ ਇੱਕ ਵਿੰਗੀ ਸ਼ੈ ਸਿੱਧੀ ਤੇ ਹਰ ਨਾਹਮਵਾਰ ਥਾਂ ਹਮਵਾਰ ਕੀਤੀ ਜਾਵੇਗੀ ਤੇ ਖੁਦਾਵੰਦ ਦਾ ਜਲਾਲ ਆਸ਼ਕਾਰਾ ਹੋਵੇਗਾ ਤੇ ਸਾਰੇ ਇਨਸਾਨ ਉਹਨੂੰ ਵੇਖਣਗੇ, ਕਿਉਂ ਜੇ ਖੁਦਾਵੰਦ ਨੇ ਆਪਣੇ ਮੂੰਹੋਂ ਆਖਿਆ ਹੈ। ਜਵਾਬੀ ਪੜ੍ਹਾਈ। ਜ਼ਬੂਰ। ਖੁਦਾਵੰਦ ਸਲਤਨਤ ਕਰਦਾ ਏ, ਜ਼ਮੀਨ ਖੁਸ਼ ਹੋਵੇ, ਬਹੁਤ ਸਾਰੇ ਜਜ਼ੀਰੇ ਖੁਸ਼ੀ ਕਰਨ। ਉਹਦੀਆਂ ਬਿਜਲੀਆਂ ਨੇ ਜੱਗ ਨੂੰ ਰੌਸ਼ਨ ਕਰ ਦਿੱਤਾ, ਧਰਤੀ ਨੇ ਵੇਖਿਆ ਤੇ ਕੰਬ ਗਈ। ਖੁਦਾਵੰਦ ਦੇ ਸਾਹਮਣੇ ਪਹਾੜ ਮੋਮ ਵਾਂਗਰ ਪਿਘਲ ਗਏ, ਯਾਨੀ ਸਾਰੀ ਧਰਤੀ ਦੇ ਖੁਦਾਵੰਦ ਦੇ ਸਾਹਮਣੇ। ਅਸਮਾਨ ਉਹਦੀ ਸੱਚਾਈ ਜ਼ਾਹਰ ਕਰਦਾ ਏ, ਸਾਰੀਆਂ ਕੌਮਾਂ ਨੇ ਉਹਦਾ ਜਲਾਲ ਵੇਖਿਆ ਏ। ਖੋਦੀਆਂ ਹੋਈਆਂ ਮੂਰਤੀਆਂ ਦੇ ਸਾਰੇ ਪੂਜਣ ਵਾਲੇ, ਜਿਹੜੇ ਬੁੱਤਾਂ ਉੱਤੇ ਫਖਰ ਕਰਦੇ ਨੇ, ਸ਼ਰਮਿੰਦਾ ਹੋਣ। ਐ ਮਾਬੂਦੋ, ਸਾਰੇ ਉਹਨੂੰ ਸਜਦਾ ਕਰੋ, ਕਿਉਂ ਜੇ ਐ ਖੁਦਾਵੰਦ, ਤੂੰ ਸਾਰੀ ਧਰਤੀ ਤੋਂ ਉੱਚਾ ਹੈ, ਤੂੰ ਸਾਰੇ ਮਾਬੂਦਾਂ ਤੋਂ ਬਹੁਤ ਆਲਾ ਹੈ। ਐ ਸਾਦਕੋ, ਖੁਦਾਵੰਦ ਵਿੱਚ ਖੁਸ਼ ਰਵੋ ਤੇ ਉਹਦੇ ਪਾਕ ਨਾਂ ਦਾ ਸ਼ੁਕਰ ਅਦਾ ਕਰੋ। ਦਰਸੀ ਵਾਜ਼ ਬਾਈਬਲ ਵਿੱਚੋਂ ਯਸਾਇਆ। ਉੱਠ, ਮੁਨੱਵਰ ਹੋ, ਕਿਉਂ ਜੇ ਤੇਰੀ ਲੋਅ ਆ ਗਈ ਏ ਤੇ ਖੁਦਾਵੰਦ ਦਾ ਜਲਾਲ ਤੇਰੇ ਉੱਤੇ ਜ਼ਾਹਰ ਹੋਇਆ। ਕਿਉਂ ਜੇ ਵੇਖ, ਹਨੇਰਾ ਧਰਤੀ ਉੱਤੇ ਛਾ ਜਾਵੇਗਾ ਤੇ ਤੀਰਗੀ ਉਮਤਾਂ ਉੱਤੇ, ਪਰ ਰੱਬ ਤੇਰੇ ਉੱਤੇ ਤਾਲੇ ਹੋਵੇਗਾ ਤੇ ਉਹਦਾ ਜਲਾਲ ਤੇਰੇ ਉੱਤੇ ਨਮਾਇਆ ਹੋਵੇਗਾ। ਤੇ ਕੌਮਾਂ ਤੇਰੀ ਲੋਅ ਵੱਲ ਆਉਣਗੀਆਂ ਤੇ ਬਾਦਸ਼ਾਹ ਤੇਰੇ ਤਲੂ ਦੀ ਲੋਅ ਵਿੱਚ ਚੱਲਣਗੇ। ਆਪਣੀਆਂ ਅੱਖੀਆਂ ਚੁੱਕ ਕੇ ਚਾਰਾਂ ਪਾਸੇ ਵੇਖ। ਜ਼ਬੂਰ। ਜਦ ਇਸਰਾਈਲ ਮਿਸਰ ਵਿੱਚੋਂ ਨਿਕਲ ਆਇਆ, ਯਾਨੀ ਯਾਕੂਬ ਦਾ ਖਾਨਵਾਦਾ ਅਜਨਬੀ ਜ਼ੁਬਾਨ ਕੌਮ ਵਿੱਚੋਂ, ਤੇ ਯਹੂਦਾ ਉਹਦਾ ਮਕਦਸ ਤੇ ਇਸਰਾਈਲ ਉਹਦੀ ਮਮਲਕਤ ਠਹਿਰਿਆ। ਇਹ ਵੇਖਦਿਆਂ ਹੀ ਸਮੁੰਦਰ ਨਸਿਆ, ਯਰਦਨ ਪਿਛਾਂ ਹਟ ਗਿਆ। ਪਹਾੜ ਮੈਂਡਿਆਂ ਵਾਂਗਰ ਉਛਲੇ ਤੇ ਪਹਾੜੀਆਂ ਭੇਡਾਂ ਦੇ ਬਾਲਾਂ ਵਾਂਗਰ ਭੁੜਕੀਆਂ। ਐ ਸਮੁੰਦਰ, ਤੈਨੂੰ ਕੀ ਹੋਇਆ ਭਈ ਤੂੰ ਨੱਸਦਾ ਏ? ਐ ਯਰਦਨ, ਤੈਨੂੰ ਕੀ ਹੋਇਆ ਭਈ ਤੂੰ ਪਿਛਾਂ ਹਟਦਾ ਏ? ਐ ਪਹਾੜੋ, ਤੁਹਾਨੂੰ ਕੀ ਹੋਇਆ ਭਈ ਤੁਸੀਂ ਮੈਂਡਿਆਂ ਵਾਂਗਰ ਉਛਲਦੇ ਹੋ? ਐ ਪਹਾੜੀਓ, ਤੁਹਾਨੂੰ ਕੀ ਹੋਇਆ ਭਈ ਤੁਸੀਂ ਭੇਡਾਂ ਦੇ ਬਾਲਾਂ ਵਾਂਗਰ ਭੁੜਕਦੀਆਂ ਹੋ? ਐ ਧਰਤੀ, ਤੂੰ ਰੱਬ ਦੇ ਸਾਹਮਣੇ, ਯਾਕੂਬ ਦੇ ਰੱਬ ਦੇ ਸਾਹਮਣੇ ਕੰਬ। ਸਲਾਤੀਨ। ਤੇ ਨਬੀਆਂ ਦੇ ਪੁੱਤਰਾਂ ਨੇ ਅਲੀਸ਼ਾ ਨੂੰ ਆਖਿਆ, ਭਈ ਵੇਖ, ਇਹ ਥਾਂ ਜਿੱਥੇ ਅਸੀਂ ਤੇਰੇ ਸਾਹਮਣੇ ਰਹਿੰਦੇ ਆ, ਸਾਡੇ ਲਈ ਤੰਗ ਏ। ਇਸ ਲਈ ਸਾਨੂੰ ਤੂੰ ਜ਼ਰਾ ਯਰਦਨ ਵੱਲ ਜਾਣ ਦੇ, ਭਈ ਅਸੀਂ ਉੱਥੇ ਇੱਕ ਕੜੀ ਲਈਏ ਤੇ ਉੱਥੇ ਹੀ ਥਾਂ ਬਣਾ ਲਈਏ, ਜਿੱਥੇ ਅਸੀਂ ਰਹਿ ਸਕੀਏ। ਉਹਨੇ ਜਵਾਬ ਦਿੱਤਾ, ਭਈ ਜਾਓ। ਤਦ ਕਿਸੇ ਨੇ ਆਖਿਆ, ਭਈ ਆਪਣੇ ਖਾਦਮਾਂ ਨਾਲ ਚੱਲ। ਉਹਨੇ ਆਖਿਆ, ਮੈਂ ਚੱਲਦਾ ਵਾਂ। ਤੇ ਜਦੋਂ ਉਹ ਯਰਦਨ ਉੱਤੇ ਅਪੜੇ ਤੇ ਲੱਕੜੀ ਵੱਢਣ ਲੱਗੇ, ਪਰ ਇੱਕ ਦੀ ਕੁਹਾੜੀ ਦਾ ਲੋਹਾ, ਜਦੋਂ ਉਹ ਕੜੀ ਵੱਢਣ ਲਿਆ ਸੀ, ਪਾਣੀ ਵਿੱਚ ਡਿੱਗ ਗਿਆ ਤੇ ਉਹ ਚੀਕਣ ਲੱਗ ਪਿਆ, ਹਾਏ ਮੇਰੇ ਮਾਲਕ, ਇਹ ਤੇ ਮੈਂ ਮੰਗਿਆ ਹੋਇਆ ਸੀ। ਰੱਬ ਦੇ ਬੰਦੇ ਨੇ ਆਖਿਆ, ਉਹ ਕਿਸ ਥਾਂ ਤੇ ਡਿੱਗਿਆ ਸੀ? ਉਹਨੇ ਉਹਨੂੰ ਉਹ ਥਾਂ ਵਿਖਾਈ। ਫਿਰ ਉਹਨੇ ਉੱਥੇ ਇੱਕ ਸੋਟੀ ਦਾ ਟੁਕੜਾ ਸੁੱਟ ਦਿੱਤਾ ਤੇ ਉਹ ਲੋਹਾ ਤੈਰਨ ਲੱਗ ਪਿਆ। ਫਿਰ ਉਹਨੇ ਆਖਿਆ, ਆਪਣੇ ਲਈ ਚੁੱਕ ਲੈ, ਤੇ ਉਹਨੇ ਹੱਥ ਵਧਾ ਕੇ ਉਹ ਚੁੱਕ ਲਿਆ। ਸ਼ਾਹੇ ਆਰਾਮ ਸ਼ਾਹੇ ਇਸਰਾਈਲ ਨਾਲ ਲੜ ਰਿਹਾ ਸੀ ਤੇ ਉਹਨੇ ਆਪਣੇ ਖਾਦਮਾਂ ਨਾਲ ਸਲਾਹ ਕੀਤੀ ਤੇ ਆਖਿਆ, ਭਈ ਮੈਂ ਫਲਾਂ ਥਾਂ ਉੱਤੇ ਡੇਰਾ ਲਾਵਾਂਗਾ। ਇਸ ਲਈ ਰੱਬ ਦੇ ਬੰਦੇ ਨੇ ਇਸਰਾਈਲ ਨੂੰ ਆਖ ਕੇ ਘੱਲਿਆ, ਵੀ ਖਬਰਦਾਰ ਤੂੰ ਫਲਾਂ ਥਾਂ ਤੋਂ ਨਾ ਲੰਘੀ, ਕਿਉਂ ਜੇ ਉੱਥੇ ਆਰਾਮੀ ਆਉਣ ਵਾਲੇ ਨੇ। ਤੇ ਸ਼ਾਹੇ ਇਸਰਾਈਲ ਨੇ ਉਸ ਥਾਂ ਉੱਤੇ ਜਿਹਦੀ ਖਬਰ ਰੱਬ ਨੇ ਦਿੱਤੀ ਸੀ ਤੇ ਉਹਨੂੰ ਅਗਾਹ ਕਰ ਦਿੱਤਾ ਸੀ, ਬੰਦੇ ਘੱਲੇ ਤੇ ਉਥੋਂ ਆਪਣੇ ਆਪ ਨੂੰ ਬਚਾਇਆ। ਤੇ ਬਸ ਇਹ ਇੱਕ ਜਾਂ ਦੋ ਵਾਰੀ ਨਹੀਂ। ਇਸ ਗੱਲ ਤੋਂ ਸ਼ਾਹੇ ਆਰਾਮ ਦਾ ਦਿਲ ਬਹੁਤ ਬੇਚੈਨ ਹੋਇਆ ਤੇ ਉਹਨੇ ਆਪਣੇ ਖਾਦਮਾਂ ਨੂੰ ਬੁਲਾ ਕੇ ਉਹਨਾਂ ਨੂੰ ਆਖਿਆ, ਕੀ ਤੁਸੀਂ ਮੈਨੂੰ ਨਹੀਂ ਦੱਸੋਗੇ
ਵੀ ਸਾਡੇ ਵਿੱਚੋਂ ਕੌਣ ਇਸਰਾਈਲ ਵਾਲੇ। ਤਦ ਉਹਦੇ ਖਾਦਮਾਂ ਵਿੱਚੋਂ ਇੱਕ ਨੇ ਆਖਿਆ, ਨਹੀਂ ਐ ਮੇਰੇ ਮਾਲਕ, ਐ ਬਾਦਸ਼ਾਹ, ਬਲਕਿ ਅਲੀਸ਼ਾ ਜਿਹੜਾ ਇਸਰਾਈਲ ਵਿੱਚ ਨਬੀ ਏ, ਤੇਰੀਆਂ ਉਹਨਾਂ ਗੱਲਾਂ ਨੂੰ ਜਿਹੜੀਆਂ ਤੂੰ ਖਿਲਵਤਗਾਹ ਵਿੱਚ ਆਖਦਾ ਏ, ਸ਼ਾਹੀ ਇਸਰਾਈਲ ਨੂੰ ਦੱਸ ਦਿੰਦਾ ਏ। ਉਹਨੇ ਆਖਿਆ, ਭਈ ਜਾ ਕੇ ਵੇਖ ਉਹ ਕਿੱਥੇ ਹੈ, ਤਾਂ ਜੋ ਮੈਂ ਉਹਨੂੰ ਫੜਵਾ ਕੇ ਮੰਗਵਾ ਲਵਾਂ। ਤੇ ਉਹਨੂੰ ਦੱਸਿਆ ਗਿਆ ਭਈ ਉਹ ਦੋਤਨ ਵਿੱਚ ਏ। ਤਦ ਉਹਨੇ ਉੱਥੇ ਘੋੜਿਆਂ ਤੇ ਰੱਥਾਂ ਤੇ ਇੱਕ ਵੱਡੇ ਜੱਥੇ ਨੂੰ ਘੱਲਿਆ, ਤੇ ਉਹਨਾਂ ਨੇ ਰਾਤੋਂ ਰਾਤ ਆ ਕੇ ਉਸ ਸ਼ਹਿਰ ਨੂੰ ਘੇਰ ਲਿਆ। ਤੇ ਜਦ ਉਸ ਰੱਬ ਦੇ ਬੰਦੇ ਦਾ ਖਾਦਮ ਸੁਬਾਹ ਨੂੰ ਉੱਠ ਕੇ ਬਾਹਰ ਨਿਕਲਿਆ ਤੇ ਵੇਖਿਆ ਭਈ ਇੱਕ ਜੱਥਾ ਘੋੜਿਆਂ ਤੇ ਰੱਥਾਂ ਉੱਤੇ ਸ਼ਹਿਰ ਦੇ ਆਲ ਦੁਆਲੇ, ਤੇ ਉਸ ਖਾਦਮ ਨੇ ਜਾ ਕੇ ਉਹਨੂੰ ਆਖਿਆ, ਹਾਏ ਐ ਮੇਰੇ ਮਾਲਕ, ਅਸੀਂ ਕੀ ਦੁਆ ਕਰੀਏ। ਉਹਨੇ ਜਵਾਬ ਦਿੱਤਾ, ਡਰ ਨਾ, ਕਿਉਂ ਜੇ ਸਾਡੇ ਨਾਲ ਵਾਲੇ ਉਹਨਾਂ ਦੇ ਨਾਲ ਵਾਲਿਆਂ ਤੋਂ ਬਹੁਤੇ ਨੇ। ਤੇ ਅਲੀਸ਼ਾ ਨੇ ਦੁਆ ਕੀਤੀ ਤੇ ਆਖਿਆ, ਐ ਖੁਦਾਵੰਦ, ਉਹਦੀਆਂ ਅੱਖੀਆਂ ਖੋਲ ਦੇ ਤਾਂ ਜੋ ਉਹ ਵੇਖ ਸਕੇ। ਤਦ ਖੁਦਾਵੰਦ ਨੇ ਉਸ ਜਵਾਨ ਦੀਆਂ ਅੱਖੀਆਂ ਖੋਲ ਦਿੱਤੀਆਂ, ਤੇ ਉਹਨੇ ਜਦ ਨਿਗਾਹ ਕੀਤੀ ਤੇ ਕੀ ਵੇਖਿਆ ਭਈ ਅਲੀਸ਼ਾ ਦੇ ਆਲੇ ਦੁਆਲੇ ਦਾ ਪਹਾੜ ਆਤਸ਼ੀ ਘੋੜਿਆਂ ਤੇ ਰੱਥਾਂ ਨਾਲ ਭਰਿਆ ਏ। ਯਸਾਇਆ। ਉਸ ਦਿਨ ਇਨਸਾਨ ਆਪਣੇ ਬਣਾਉਣ ਵਾਲੇ ਵੱਲ ਨਜ਼ਰ ਕਰੇਗਾ, ਤੇ ਉਹਦੀਆਂ ਅੱਖੀਆਂ ਇਸਰਾਏਲ ਦੇ ਕਦੂਸ ਨੂੰ ਵੇਖਣਗੀਆਂ, ਤੇ ਉਹ ਮਜ਼ਬਿਆਂ ਯਾਨੀ ਆਪਣੇ ਹੱਥ ਦੇ ਕੰਮਾਂ ਉੱਤੇ ਨਜ਼ਰ ਨਾ ਕਰੇਗਾ, ਤੇ ਆਪਣੀ ਦਸਤਕਾਰੀ ਯਾਨੀ ਯਸੀਰਤਾਂ ਤੇ ਬੁੱਤਾਂ ਦੀ ਫਿਕਰ ਨਾ ਕਰੇਗਾ। ਕਰੰਥੀਓ, ਐ ਭਰਾਵੋ, ਆਪਣੇ ਸੱਦੇ ਜਾਣ ਉੱਤੇ ਨਜ਼ਰ ਕਰੋ, ਵੀ ਬਦਨ ਦੇ ਲਿਹਾਜ਼ ਨਾਲ ਬਹੁਤ ਸਾਰੇ ਹਕੀਮ, ਬਹੁਤ ਸਾਰੇ ਇਖਤਿਆਰ ਵਾਲੇ, ਬਹੁਤ ਸਾਰੇ ਅਸ਼ਰਾਫ ਨਹੀਂ ਸੱਦੇ ਗਏ, ਬਲਕਿ ਰੱਬ ਨੇ ਸੰਸਾਰ ਦੇ ਬੇਵਕੂਫਾਂ ਨੂੰ ਚੁਣ ਲਿਆ ਭਈ ਸਿਆਣਿਆਂ ਨੂੰ ਸ਼ਰਮਿੰਦਾ ਕਰੇ, ਤੇ ਰੱਬ ਨੇ ਸੰਸਾਰ ਦੇ ਮਾੜਿਆਂ ਨੂੰ ਚੁਣ ਲਿਆ ਭਈ ਤਾਕਤ ਵਾਲਿਆਂ ਨੂੰ ਸ਼ਰਮਿੰਦਾ ਕਰੇ, ਤਾਂ ਜੋ ਕੋਈ ਇਨਸਾਨ ਰੱਬ ਦੇ ਸਾਹਮਣੇ ਫਖਰ ਨਾ ਕਰੇ, ਤਾਂ ਜੋ ਜਿਵੇਂ ਲਿਖਿਆ ਏ ਉਂਝ ਹੀ ਹੋਵੇ ਭਈ ਜਿਹੜਾ ਫਖਰ ਕਰੇ ਉਹ ਰੱਬ ਉੱਤੇ ਫਖਰ ਕਰੇ। ਕਰੰਥੀਓ, ਇਸ ਲਈ ਰੱਬ ਹੀ ਏ ਜਿਨੇ ਆਖਿਆ ਭਈ ਹਨੇਰੇ ਵਿੱਚੋਂ ਲੋ ਚਮਕੇ, ਤੇ ਉਹੀ ਸਾਡੇ ਦਿਲਾਂ ਵਿੱਚ ਚਮਕਿਆ, ਤਾਂ ਜੋ ਰੱਬ ਦੇ ਜਲਾਲ ਦੀ ਪਛਾਣ ਦਾ ਨੂਰ ਯਿਸੂ ਮਸੀਹ ਦੇ ਮੁਖੜੇ ਤੋਂ ਜਲਵਾਗਰ ਹੋਵੇ। ਇਸ ਲਈ ਅਸੀਂ ਹਿੰਮਤ ਨਹੀਂ ਹਾਰਦੇ, ਬਲਕਿ ਭਾਵੇਂ ਸਾਡੀ ਜ਼ਾਹਰੀ ਇਨਸਾਨੀਅਤ ਜ਼ਾਇਲ ਹੁੰਦੀ ਜਾਂਦੀ ਏ, ਫਿਰ ਵੀ ਸਾਡੀ ਬਾਤਨੀ ਇਨਸਾਨੀਅਤ ਆਏ ਦਿਨ ਨਵੀਂ ਹੁੰਦੀ ਜਾਂਦੀ ਏ। ਇਸ ਲਈ ਭਈ ਸਾਡੀ ਦਮ ਭਰ ਲਈ ਥੋੜ੍ਹੀ ਜਿਹੀ ਮੁਸੀਬਤ ਸਾਡੇ ਲਈ ਬਹੁਤ ਭਾਰਾ ਤੇ ਅਬਦੀ ਜਲਾਲ ਪੈਦਾ ਕਰਦੀ ਜਾਂਦੀ ਏ। ਜਿਸ ਹਾਲ ਵਿੱਚ ਅਸੀਂ ਭਈ ਵੇਖੀਆਂ ਹੋਈਆਂ ਸ਼ੈਵਾਂ ਉੱਤੇ ਨਹੀਂ, ਬਲਕਿ ਨਾ ਵੇਖੀਆਂ ਸ਼ੈਵਾਂ ਉੱਤੇ ਨਜ਼ਰ ਕਰਦੇ ਹਾਂ। ਇਸ ਲਈ ਭਈ ਵੇਖੀਆਂ ਹੋਈਆਂ ਸ਼ੈਵਾਂ ਕੁਝ ਦਿਨਾਂ ਦੀਆਂ ਨੇ, ਪਰ ਨਾ ਵੇਖੀਆਂ ਸ਼ੈਵਾਂ ਅਬਦੀ ਨੇ। ਹਬਕੂਕ। ਰੱਬ ਆਪਣੀ ਪਾਕ ਹੈਕਲ ਵਿੱਚ ਏ, ਸਾਰੀ ਧਰਤੀ ਉਹਦੇ ਅੱਗੇ ਚੁੱਪ ਰਵੇ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਅਸਲੀਅਤ ਦੀ ਸਲਤਨਤ ਦਾ ਦਾਇਰਾ ਰੂਹ ਏ, ਰੂਹ ਦੀ ਗੈਰ ਮੁਸ਼ਾਬਤ ਮਾਦਾ ਏ, ਤੇ ਅਸਲੀਅਤ ਦਾ ਉਲਟ ਇਲਾਹੀ ਨਹੀਂ, ਇਹ ਇਨਸਾਨੀ ਨਜ਼ਰੀਆ ਏ। ਮਾਦਾ ਬਿਆਨ ਦੀ ਗਲਤੀ ਏ, ਸ਼ੁਰੂ ਦੀ ਇਹ ਗਲਤੀ ਹਰ ਉਸ ਬਿਆਨ ਦੀਆਂ ਅਖੀਰੀ ਗਲਤੀਆਂ ਵਿੱਚ ਲੈ ਜਾਂਦੀ ਏ ਜਿਹਦੇ ਵਿੱਚ ਇਹ ਗਲਤੀ ਵੜਦੀ ਏ। ਮਾਦੇ ਦੇ ਬਾਰੇ ਜੋ ਕੁਝ ਵੀ ਅਸੀਂ ਆਖਦੇ ਜਾਂ ਮੰਨਦੇ ਹਾਂ ਉਹ ਫਾਨੀ ਨਹੀਂ ਏ, ਕਿਉਂ ਜੇ ਮਾਦਾ ਆਰਜ਼ੀ ਏ, ਤੇ ਇਸ ਲਈ ਕੁਦਰਤ ਦੇ ਫਾਨੀ ਮਜ਼ਾਹਰ ਇੱਕ ਇਨਸਾਨੀ ਨਜ਼ਰੀਆ ਕਦੀ ਕਦੀ ਬਹੁਤ ਸੋਹਣਾ ਪਰ ਹਮੇਸ਼ਾ ਗਲਤ ਹੁੰਦਾ ਏ। ਮਾਦਾ ਫਾਨੀ ਸਿਆਣ ਦਾ ਪਹਿਲਾ ਅਕੀਦਾ ਏ, ਕਿਉਂ ਜੇ ਇਸ ਨਾਮ ਨਿਹਾਦ ਸਿਆਣ ਨੂੰ ਰੂਹ ਦੀ ਕੋਈ ਸਮਝ ਨਹੀਂ ਏ। ਫਾਨੀ ਸਿਆਣ ਲਈ ਮਾਦਾ ਹਕੀਕੀ ਏ ਤੇ ਬਦੀ ਅਸਲੀ ਏ। ਬਸ਼ਰ ਦੀਆਂ ਨਾਮ ਨਿਹਾਦ ਹਿੱਸਾ ਮਾਦੀ ਨੇ, ਇਸ ਲਈ ਬਸ਼ਰਾਂ ਦੀ ਨਾਮ ਨਿਹਾਦ ਹਯਾਤੀ ਮਾਦੇ ਉੱਤੇ ਇਨਹਿਸਾਰ ਕਰਦੀ ਏ। ਇਲਾਹੀ ਮਬਾਦੁਲ ਤਿਬੀਅਤ ਮਾਦੇ ਦੀ ਵਜ਼ਾਹਤ ਕਰਦੀ ਏ। ਰੂਹ ਇਲਾਹੀ ਸਾਇੰਸ ਦਾ ਮੰਨਿਆ ਹੋਇਆ ਕੱਲਾ ਮਵਾਦ ਤੇ ਸ਼ਊਰ ਏ। ਮਾਦੀ ਹਿੱਸਾ ਇਹਦੀ ਮੁਖਾਲਫਤ ਕਰਦੀਆਂ ਨੇ, ਪਰ ਇੱਥੇ ਕੋਈ ਮਾਦੀ ਹਿੱਸਾ ਹੈ ਹੀ ਨਹੀਂ, ਕਿਉਂ ਜੇ ਮਾਦੇ ਵਿੱਚ ਕੋਈ ਸਿਆਣ ਨਹੀਂ ਏ। ਬਸ਼ਰ ਦੇ ਝੂਠੇ ਅਕੀਦਿਆਂ ਵਿੱਚੋਂ ਇੱਕ ਇਹ ਹੈ ਭਈ ਮਾਦਾ ਅਸਲੀ ਏ ਜਾਂ ਇਹਦੇ ਵਿੱਚ ਅਹਿਸਾਸ ਜਾਂ ਹਯਾਤੀ ਏ, ਤੇ ਇਹ ਅਕੀਦਾ ਬਸ ਇੱਕ ਫਰਜ਼ੀ ਫਾਨੀ ਸ਼ਾਊਰ ਵਿੱਚ ਮੌਜੂਦ ਹੁੰਦਾ ਏ।
ਇਸ ਲਈ ਜਦੋਂ ਅਸੀਂ ਰੂਹ ਤੇ ਸੱਚਾਈ ਤੀਕਰ ਰਸਾਈ ਪਾਉਂਦੇ ਹਾਂ ਤੇ ਅਸੀਂ ਮਾਦੇ ਦਾ ਸ਼ਾਉਰ ਗਵਾ ਦਿੰਦੇ ਹਾਂ। ਇਸ ਗੱਲ ਦੇ ਇਤਰਾਫ ਲਈ ਭਈ ਕਾਫੀ ਮਵਾਦ ਹੋ ਸਕਦਾ ਹੈ। ਇੱਕ ਹੋਰ ਇਤਰਾਫ ਦੀ ਲੋੜ ਹੈ, ਯਾਨੀ ਭਈ ਰੂਹ ਲਾਮਹਿਦੂਦ ਨਹੀਂ ਹੈ ਤੇ ਇਹ ਭਈ ਮਾਦਾ ਖੁਦ ਤਖਲੀਕੀ, ਖੁਦ ਮੌਜੂਦ ਤੇ ਹਮੇਸ਼ਾ ਰਹਿਣ ਵਾਲਾ ਹੈ। ਇਹਦੇ ਨਾਲ ਇਹ ਗੱਲ ਸਾਹਮਣੇ ਆਉਂਦੀ ਹੈ ਵੀ ਇੱਥੇ ਦੋ ਹਮੇਸ਼ਾ ਦੀਆਂ ਵਜ੍ਹਾ ਨੇ ਜਿਹੜੀਆਂ ਹਮੇਸ਼ਾ ਇੱਕ ਦੂਜੇ ਦੀਆਂ ਮੁਤਹਰਬ ਰਹਿੰਦੀਆਂ ਨੇ। ਫਿਰ ਵੀ ਅਸੀਂ ਵੇਖਦੇ ਹਾਂ ਭਈ ਰੂਹ ਆਲਾ ਤੇ ਹਰ ਥਾਂ ਮੌਜੂਦ ਹੈ। ਮਾਦਾ ਨਾ ਤੇ ਸਿਆਣ ਨੇ ਬਣਾਇਆ ਹੈ ਤੇ ਨਾ ਹੀ ਇਸ ਸਿਆਣ ਨੂੰ ਜ਼ਾਹਰ ਕਰਨ ਜਾਂ ਉਹਦੀ ਮਦਦ ਲਈਏ। ਰੂਹ ਤੇ ਮਾਦਾ ਨਾ ਤੇ ਇਕੱਠੇ ਵਜੂਦ ਰੱਖ ਸਕਦੇ ਨੇ ਤੇ ਨਾ ਤਾਉਨ ਕਰ ਸਕਦੇ ਨੇ, ਤੇ ਇਹਨਾਂ ਵਿੱਚੋਂ ਕੋਈ ਇੱਕ ਦੂਜੇ ਨੂੰ ਇਸ ਤਰ੍ਹਾਂ ਨਹੀਂ ਬਣਾ ਸਕਦਾ ਜਿਵੇਂ ਸੱਚਾਈ ਗਲਤੀ ਨੂੰ ਬਣਾਉਂਦੀ ਏ ਜਾਂ ਇਹਦੇ ਉਲਟ ਹੁੰਦਾ ਏ। ਇਨਸਾਨੀ ਫਲਸਫੇ, ਅਕੀਦੇ ਤੇ ਦਵਾਈ ਦੇ ਇਲਮ ਦਾ ਹਰ ਨਿਜ਼ਾਮ ਇਸ ਬੁੱਤ ਪ੍ਰਸਤੀ ਦੇ ਅਕੀਦੇ ਤੋਂ ਘੱਟੋ ਘੱਟ ਮੁਤਾਸਰ ਹੁੰਦਾ ਏ ਭਈ ਮਾਦੇ ਵਿੱਚ ਇੱਕ ਸਿਆਣ ਏ, ਪਰ ਇਹ ਅਕੀਦਾ ਬਰਾਬਰ ਮੁਕਾਸ਼ਫਾ ਤੇ ਠੀਕ ਵਜ੍ਹਾ ਦੇ ਉਲਟ ਹੁੰਦਾ ਏ। ਇੱਕ ਮੰਤਕੀ ਤੇ ਸਾਇੰਸੀ ਨਤੀਜੇ ਉੱਤੇ ਬਸ ਇਸ ਇਲਮ ਦੇ ਨਾਲ ਅਪੜਿਆ ਜਾਂਦਾ ਏ ਭਈ ਹਸਤੀ ਦੀਆਂ ਦੋ ਨੀਆਂ ਮਾਦਾ ਤੇ ਸਿਆਣ ਨਹੀਂ, ਬਲਕਿ ਸਿਰਫ ਵਾਹਦ ਸਿਆਣ ਏ। ਜੇ ਫਾਨੀ ਸਿਆਣ ਨੂੰ ਕੱਢ ਦਿੱਤਾ ਜਾਵੇ ਤੇ ਇਨਸਾਨ ਦੇ ਬਾਰੇ ਮਾਦੇ ਦਾ ਖਿਆਲ ਬਿਲਕੁਲ ਉਂਝ ਹੀ ਹੋਵੇਗਾ ਜਿਵੇਂ ਕਿਸੇ ਰੁੱਖ ਦੇ ਬਾਰੇ ਹੁੰਦਾ ਏ, ਪਰ ਅਸਲ ਰੂਹਾਨੀ ਇਨਸਾਨ ਹਮੇਸ਼ਾ ਤੀਕਰ ਜਿਉਂਦਾ ਤੇ ਨਾ ਮੁੱਕਣ ਵਾਲਾ ਏ। ਕੀ ਰੱਬ ਨੂੰ ਮਾਦੀ ਹਿੱਸਾਂ ਦੇ ਰਾਹੀਂ ਪਛਾਣਿਆ ਜਾ ਸਕਦਾ ਹੈ? ਕੀ ਇਹ ਮਾਦੀ ਹਿੱਸਾਂ ਜਿਨ੍ਹਾਂ ਨੂੰ ਰੂਹ ਦਾ ਬਰਾਹ ਰਾਸਤ ਸਬੂਤ ਨਹੀਂ ਮਿਲਦਾ, ਰੂਹਾਨੀ, ਹਯਾਤੀ ਤੇ ਪਿਆਰ ਦੀ ਸਹੀ ਗਵਾਹੀ ਦੇ ਸਕਦੀਆਂ ਨੇ? ਇਹਨਾਂ ਸਾਰੇ ਸਵਾਲਾਂ ਦਾ ਜਵਾਬ ਹਮੇਸ਼ਾ ਨਹੀਂ ਵਿੱਚ ਹੋਣਾ ਚਾਹੀਦਾ ਹੈ। ਬਦਨੀ ਹਿੱਸਾਂ ਰੱਬ ਦਾ ਕੋਈ ਸਬੂਤ ਹਾਸਲ ਨਹੀਂ ਕਰ ਸਕਦੀਆਂ। ਉਹ ਨਾ ਤੇ ਅੱਖ ਤੋਂ ਰੂਹ ਨੂੰ ਵੇਖ ਸਕਦੇ ਨੇ, ਨਾ ਕੰਨ ਨਾਲ ਸੁਣ ਸਕਦੇ ਨੇ, ਨਾ ਹੀ ਰੂਹ ਨੂੰ ਮਹਿਸੂਸ ਕਰ ਸਕਦੇ, ਚੱਖ ਸਕਦੇ ਜਾਂ ਸੁੰਘ ਸਕਦੇ ਨੇ। ਕ੍ਰਿਸਚਨ ਸਾਇੰਸ ਦੇ ਮੁਤਾਬਕ ਇਨਸਾਨ ਦੀਆਂ ਸਿਰਫ ਉਹ ਹੀ ਹਿੱਸਾਂ ਰੂਹਾਨੀ ਨੇ ਜਿਹੜੀਆਂ ਇਲਾਹੀ ਸਿਆਣ ਤੋਂ ਜ਼ਾਹਰ ਹੁੰਦੀਆਂ ਨੇ। ਖਿਆਲ ਰੱਬ ਤੋਂ ਇਨਸਾਨ ਵਿੱਚ ਮੁੰਤਕਿਲ ਹੁੰਦੇ ਨੇ, ਪਰ ਨਾ ਹੀ ਅਹਿਸਾਸ ਤੇ ਨਾ ਹੀ ਰਿਪੋਰਟ ਮਾਦੀ ਬਦਨ ਤੋਂ ਸਿਆਣ ਵਿੱਚ ਜਾਂਦੇ ਨੇ। ਬਾਹਮੀ ਰਾਬਤਾ ਹਮੇਸ਼ਾ ਰੱਬ ਤੋਂ ਹੋ ਕੇ ਉਹਦੇ ਖਿਆਲ ਯਾਨੀ ਇਨਸਾਨ ਤੀਕਰ ਜਾਂਦਾ ਏ। ਮਾਦਾ ਹਸਾਸ ਨਹੀਂ ਹੁੰਦਾ ਤੇ ਚੰਗਿਆਈ ਜਾਂ ਬੁਰਿਆਈ, ਖੁਸ਼ੀ ਜਾਂ ਪੀੜ ਤੋਂ ਵਾਕਫ ਨਹੀਂ ਹੁੰਦਾ। ਇਨਸਾਨ ਦੀ ਇਨਫਰਾਦੀਅਤ ਮਾਦੀ ਨਹੀਂ ਹੈ। ਤੇ ਫਿਰ ਉਹ ਕਿਹੜੀ ਮਾਦੀ ਸ਼ਖਸੀਅਤ ਏ ਜਿਹੜੀ ਦੁੱਖ ਸਹਿੰਦੀ, ਪਾਪ ਕਰਦੀ ਤੇ ਮਰ ਜਾਂਦੀ ਏ? ਇਹ ਉਹ ਇਨਸਾਨ ਨਹੀਂ ਜਿਹੜਾ ਰੱਬ ਦੀ ਸ਼ਬੀਹ ਤੇ ਸੂਰਤ ਏ, ਬਲਕਿ ਇਹ ਇਨਸਾਨ ਦੀ ਨਕਲ, ਸ਼ਬੀਹ ਦਾ ਉਲਟ, ਪਾਪ, ਬਿਮਾਰੀ ਤੇ ਮੌਤ ਅਖਵਾਉਣ ਵਾਲੀ ਗੈਰ ਮੁਸ਼ਾਬਤ ਏ। ਇਸ ਦਾਅਵੇ ਦਾ ਵਹਿਮ ਪਈ ਇਨਸਾਨ ਰੱਬ ਦੀ ਸ਼ਬੀਹ ਏ, ਰੂਹ ਤੇ ਮਾਦੇ, ਅਕਲ ਤੇ ਜਿਸਮ ਦੀਆਂ ਉਲਟੀਆਂ ਫਿਤਰਤਾਂ ਨਾਲ ਸਾਹਮਣੇ ਆਉਂਦਾ ਏ, ਕਿਉਂ ਜੇ ਇੱਕ ਸਿਆਣ ਵਾਲਾ ਏ ਤੇ ਦੂਜਾ ਬੇਅਕਲ ਏ। ਤੁਸੀਂ ਆਖਦੇ ਹੋ ਪਈ ਮਿਹਨਤ ਮੈਨੂੰ ਥਕਾ ਦਿੰਦੀ ਏ, ਪਰ ਇਹ ਮੈਨੂੰ ਕੀ ਏ? ਕੀ ਇਹ ਪੱਠਾ ਏ ਜਾਂ ਸਿਆਣ ਏ? ਕਿਹੜੀ ਸ਼ੈ ਥੱਕਦੀ ਏ ਤੇ ਇੰਜ ਬੋਲਦੀ ਏ? ਸਿਆਣ ਦੇ ਬਗੈਰ ਕੀ ਪੱਠੇ ਥੱਕ ਸਕਦੇ ਨੇ? ਕੀ ਪੱਠੇ ਬੋਲਦੇ ਨੇ ਜਾਂ ਤੁਸੀਂ ਉਹਨਾਂ ਲਈ ਬੋਲਦੇ ਹੋ? ਮਾਦਾ ਘੱਟ ਸਿਆਣ ਵਾਲਾ ਏ, ਫਾਨੀ ਸਿਆਣ ਝੂਠ ਬੋਲਦੀ ਏ, ਤੇ ਉਹ ਜਿਹੜਾ ਇਸ ਥਕਾਵਟ ਦੀ ਤਸਦੀਕ ਕਰਦਾ ਏ ਉਹੀ ਇਸ ਥਕਾਵਟ ਨੂੰ ਬਣਾਉਂਦਾ ਏ। ਤੁਸੀਂ ਇਹ ਨਹੀਂ ਆਖਦੇ ਪਈ ਪਹੀਆ ਥੱਕ ਗਿਆ ਏ, ਫੇਰ ਵੀ ਬਦਨ ਵੀ ਪਹੀਏ ਵਾਂਗਰ ਮਵਾਦੀ ਏ। ਜੇ ਇਹ ਉਹ ਨਹੀਂ ਜੋ ਇਨਸਾਨ ਬਦਨ ਲਈ ਆਖਦਾ ਏ, ਤੇ ਬਦਨ ਕਿਸੇ ਵੀ ਬੇਜਾਨ ਪਹੀਏ ਵਾਂਗਰ ਕਦੀ ਨਹੀਂ ਥੱਕੇਗਾ। ਕਈ ਘੰਟਿਆਂ ਤੀਕਰ ਲਾਸ਼ਾਉਰੀ ਦੇ ਆਰਾਮ ਨਾਲੋਂ ਬਹੁਤਾ ਸਚਾਈ ਦਾ ਸ਼ਾਉਰ ਸਾਨੂੰ ਆਰਾਮ ਦਿੰਦਾ ਏ। ਰੱਬ ਨੇ ਰੂਹਾਨੀ ਕਾਨੂੰਨ ਨੂੰ ਮੁਕਾਉਣ ਲਈ ਮਾਦੀ ਕਾਨੂੰਨ ਨੂੰ ਕਦੀ ਮੁਕਰਰ ਨਹੀਂ ਕੀਤਾ। ਜੇ ਕੋਈ ਅਜਿਹਾ ਮਾਦੀ ਕਾਨੂੰਨ ਹੈ ਸੀ ਤੇ ਉਹ ਰੂਹ ਯਾਨੀ ਰੱਬ ਦੀ ਬਾਲਾਦਸਤੀ ਦੇ ਖਿਲਾਫ ਤੇ ਖਾਲਕ ਦੀ ਹਿਕਮਤ ਉੱਤੇ ਇਤਰਾਜ਼ ਕਰਨ ਵਾਲਾ ਸੀ। ਯਿਸੂ ਮਾਦੀ ਕਾਨੂੰਨਾਂ ਦੀ ਸਿੱਧੀ ਮੁਖਾਲਫਤ ਵਿੱਚ ਪਾਣੀ ਉੱਤੇ ਟੁਰਿਆ, ਜੱਥੇ ਨੂੰ ਰੋਟੀ ਖਵਾਈ, ਬਿਮਾਰ ਨੂੰ ਸ਼ਿਫਾ ਦਿੱਤੀ ਤੇ ਮੁਰਦਿਆਂ ਨੂੰ ਜ਼ਿੰਦਾ ਕੀਤਾ। ਉਹਦੇ ਕੰਮ ਮਾਦੀ ਹਿੱਸੀਆ ਕਾਨੂੰਨ ਦੇ ਝੂਠੇ ਦਾਅਵਿਆਂ ਉੱਤੇ ਹਾਵੀ ਹੁੰਦਿਆਂ ਹੋਏ ਸਾਇੰਸ ਦਾ ਇਜ਼ਹਾਰ ਸੀ। ਸਵਾਲ: ਹਸਤੀ ਦਾ ਸਾਇੰਸੀ ਬਿਆਨ ਕੀ ਏ? ਜਵਾਬ: ਮਾਦੇ ਵਿੱਚ ਨਾ ਕੋਈ ਹਯਾਤੀ, ਸੱਚਾਈ, ਜ਼ਹਾਨਤ
ਤੇ ਨਾ ਹੀ ਮਵਾਦ ਹੁੰਦਾ ਏ। ਕਿਉਂ ਜੇ ਰੱਬ ਸਭ ਦਾ ਹਾਕਮ ਏ, ਇਸ ਲਈ ਸਭ ਕੁਝ ਲਾਮਤ ਨਾਲ ਹੀ ਸਿਆਣ ਤੇ ਉਹਦਾ ਲਾਮਤ ਨਾਲ ਹੀ ਇਜ਼ਹਾਰ ਏ। ਰੂਹ ਲਾ ਫਾਨੀ ਸਚਾਈ ਏ, ਮਾਦਾ ਫਾਨੀ ਗਲਤੀ ਏ। ਰੂਹ ਅਬਦੀ ਤੇ ਹਕੀਕੀ ਏ, ਮਾਦਾ ਗੈਰ ਹਕੀਕੀ ਤੇ ਆਰਜ਼ੀ ਏ। ਰੂਹ ਰੱਬ ਏ ਤੇ ਇਨਸਾਨ ਉਹਦੀ ਸ਼ਕਲ ਤੇ ਸੂਰਤ। ਇਸ ਲਈ ਇਨਸਾਨ ਮਾਦੀ ਨਹੀਂ ਬਲਕਿ ਰੂਹਾਨੀ ਏ। ਉਹ ਮਾਦਾ ਇਨਸਾਨ ਲਈ ਕੋਈ ਸ਼ਰਤਾਂ ਨਹੀਂ ਰੱਖ ਸਕਦਾ। ਮਾਦੀ ਹਿੱਸਾਂ ਦੀ ਇਹ ਗਵਾਹੀ ਨਾ ਤੇ ਮੁਤਲਕ ਏ ਨਾ ਇਲਾਹੀ ਏ। ਇਸ ਲਈ ਮੈਂ ਆਪਣੇ ਆਪ ਨੂੰ ਗੈਰ ਮਹਿਫੂਜ਼ ਤਰੀਕੇ ਨਾਲ ਯਸੂ ਦੀਆਂ, ਉਹਦੇ ਚੇਲਿਆਂ ਦੀਆਂ, ਨਬੀਆਂ ਦੀਆਂ ਤਾਲੀਮਾਂ ਤੇ ਸਿਆਣ ਦੀ ਸਾਇੰਸ ਦੀ ਗਵਾਹੀ ਉੱਤੇ ਕਾਇਮ ਕਰਦਾ ਵਾਂ। ਇੱਥੇ ਦੂਜੀਆਂ ਨੀਆਂ ਬਿਲਕੁਲ ਨਹੀਂ। ਬਾਕੀ ਸਾਰੇ ਨਿਜ਼ਾਮ ਉਹ ਨਿਜ਼ਾਮ ਜਿਹੜੇ ਪੂਰੀ ਤਰ੍ਹਾਂ ਜਾਂ ਜੁਜ਼ਵੀ ਤਰ੍ਹਾਂ ਮਾਦੀ ਹਿੱਸਾਂ ਤੋਂ ਹਾਸਲ ਕੀਤੇ ਹੋਏ ਇਲਮ ਉੱਤੇ ਨਿਉ ਰੱਖਦੇ ਨੇ। ਅਜਿਹੇ ਖਾਨੇ ਨੇ ਜਿਹੜੇ ਹਵਾ ਨਾਲ ਹਿਲਦੇ ਨੇ, ਨਾ ਕਿ ਚੱਟਾਨ ਉੱਤੇ ਬਣਾਏ ਗਏ ਘਰ ਨੇ। ਜਦੋਂ ਅਸੀਂ ਇਲਾਹੀ ਦੇ ਨਾਲ ਆਪਣੇ ਰਿਸ਼ਤੇ ਨੂੰ ਪੂਰੀ ਤਰ੍ਹਾਂ ਸਮਝਦੇ ਹਾਂ ਤੇ ਅਸੀਂ ਕੋਈ ਹੋਰ ਸਿਆਣ ਨਹੀਂ ਰੱਖਦੇ ਮਾਂ ਸਿਵਾਏ ਉਹਦੀ ਸਿਆਣ ਦੇ, ਕੋਈ ਹੋਰ ਮੁਹੱਬਤ, ਹਿਕਮਤ ਜਾਂ ਸਚਾਈ ਨਹੀਂ ਰੱਖਦੇ, ਹਯਾਤੀ ਦਾ ਕੋਈ ਹੋਰ ਫਹਿਮ ਨਹੀਂ ਰੱਖਦੇ ਤੇ ਮਾਦੇ ਜਾਂ ਗਲਤੀ ਦੀ ਵਜੂਦੀਅਤ ਦਾ ਕੋਈ ਹੋਰ ਸ਼ਾਉਰ ਨਹੀਂ ਰੱਖਦੇ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਾਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਤ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।